ਜਿਹੜੇ ਵਿਕਟਮ ਹੈਗੇ ਨੇ, ਚਾਹੇ ਵਰਲਡ ਦੇ ਵਿੱਚ ਕਿਤੇ ਵੀ ਹੈਗੇ ਆ, ਜਿੱਥੇ ਵੀ ਉਹਨਾਂ ਨੂੰ ਇਸ ਚੀਜ਼ ਦੇ ਨਾਲ ਰਿਲੇਟਡ ਗਾਈਡੈਂਸ ਚਾਹੀਦੀ ਆ, ਜਾਂ ਜਿੱਥੇ ਵੀ ਉਹਨਾਂ ਨੂੰ ਇੱਦਾਂ ਦੀ ਲੀਗਲ ਸਪੋਰਟ ਚਾਹੀਦੀ ਆ, ਜਾਂ ਉਹਨਾਂ ਦੇ ਵਿੱਚ ਸਪਿਰਿਟ ਪੈਦਾ ਕਰਨੀ ਕਿ ਕਿੱਦਾਂ ਇਸ ਚੀਜ਼ ਦੇ ਨਾਲ ਫਾਈਟ ਕਰਨਾ ਜਾਂ ਅਵੇਅਰ ਕਰਨਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਉਸ ਚੀਜ਼ ਦੀ ਇੰਡੀਅਨ ਅੰਬੈਸਡਰ ਬਣਾਇਆ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਚਾਈਲਡ ਅਬਿਊਜ਼ ਦੇ ਉੱਤੇ ਕੰਮ ਕਰਦੀ ਹਾਂ। ਬਚਪਨ ਬਚਾਓ ਨਾਮ ਦੀ ਮੁਹਿੰਮ ਚਲਾਈ ਹੋਈ ਆ, ਜਿਹਦੇ ਤੋਂ ਸਾਰੇ ਜਣੇ ਅਵੇਅਰ ਹੈਗੇ ਆ ਕਿ ਜਿੱਥੇ ਵੀ ਬੱਚਿਆਂ ਦੇ ਨਾਲ ਕਿਤੇ ਧੱਕਾ ਹੁੰਦਾ ਆ ਤਾਂ ਉਸ ਚੀਜ਼ ਦੇ ਉੱਤੇ ਬੱਚਿਆਂ ਨੂੰ ਵੀ ਅਵੇਅਰ ਕਰੀਦਾ, ਤੇ ਜਿੱਥੇ ਜਿਵੇਂ ਕੁਝ ਵੀ ਗਲਤ ਹੁੰਦਾ ਆ ਬੱਚਿਆਂ ਦੇ ਨਾਲ ਤਾਂ ਉੱਥੇ ਉਹਨਾਂ ਨੂੰ ਆਪਾਂ ਫ੍ਰੀ ਲੀਗਲ ਏਡ ਵੀ ਪ੍ਰੋਵਾਈਡ ਕਰੀਦੀ ਆ। ਸੋ ਮੇਰੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਇੰਟਰਨੈਸ਼ਨਲ ਲੈਵਲ ਦਾ ਇੱਕ ਮੂਵਮੈਂਟ ਹੈ SOS ਸੈਂਡਿੰਗ ਆਊਟ ਸਟਰੈਂਥ। ਉਸ ਮੂਵਮੈਂਟ ਦੇ ਜਿਹੜੇ ਮੇਨ ਹੈਡ ਹੈਗੇ ਨੇ, ਮੈਮ ਹੈਗੇ ਨੇ ਸਾਰੂ ਰਾਣਾ ਜੀ। ਸੋ ਮੈਂ ਉਹ ਡਿਟੇਲ ਦੇ ਵਿੱਚ ਡਿਸਕਸ ਕਰਾਂਗੀ। ਉਹਨਾਂ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਉਸ ਦੀ SOS ਜਿਹੜਾ ਇੰਟਰਨੈਸ਼ਨਲ ਮੂਵਮੈਂਟ ਆ ਉਹਦੀ ਇੰਡੀਅਨ ਅੰਬੈਸਡਰ ਜਿਹੜਾ ਹੈਗਾ ਨਿਯੁਕਤ ਕੀਤਾ, ਤੇ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਕਿ ਮੈਂ ਜਿਹੜੇ ਚਾਈਲਡ ਅਬਿਊਜ਼ ਦੇ ਜਿਹੜੇ ਵਿਕਟਮ ਹੈਗੇ ਨੇ, ਚਾਹੇ ਵਰਲਡ ਦੇ ਵਿੱਚ ਕਿਤੇ ਵੀ ਹੈਗੇ ਆ, ਜਿੱਥੇ ਵੀ ਉਹਨਾਂ ਨੂੰ ਇਸ ਚੀਜ਼ ਦੇ ਨਾਲ ਰਿਲੇਟਡ ਗਾਈਡੈਂਸ ਚਾਹੀਦੀ ਆ, ਜਾਂ ਜਿੱਥੇ ਵੀ ਉਹਨਾਂ ਨੂੰ ਇੱਦਾਂ ਦੀ ਲੀਗਲ ਸਪੋਰਟ ਚਾਹੀਦੀ ਆ, ਜਾਂ ਉਹਨਾਂ ਦੇ ਵਿੱਚ ਸਪਿਰਿਟ ਪੈਦਾ ਕਰਨੀ ਕਿ ਕਿੱਦਾਂ ਇਸ ਚੀਜ਼ ਦੇ ਨਾਲ ਫਾਈਟ ਕਰਨਾ ਜਾਂ ਅਵੇਅਰ ਕਰਨਾ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਉਸ ਚੀਜ਼ ਦੀ ਇੰਡੀਅਨ ਅੰਬੈਸਡਰ ਬਣਾਇਆ ਆ। ਸੋ ਇਹ ਨਾ ਦੁਨੀਆ ਦੇ ਵਿੱਚ ਪਹਿਲੀ ਵਾਰ ਇੱਦਾਂ ਹੋਇਆ ਆ ਕਿ ਵਰਲਡ ਦੇ ਚਾਰੋਂ ਕੋਨਿਆਂ ਤੋਂ, ਜਿੱਥੇ ਵੀ ਮਤਲਬ ਅਲੱਗ-ਅਲੱਗ, ਸਪੈਸੀਫਿਕਲੀ ਅਸੀਂ ਪੰਜਾਬੀ ਵਸਦੇ ਹਾਂ, ਤੇ ਪੰਜਾਬੀਆਂ ਨੇ ਵੱਖ-ਵੱਖ ਕੋਨਿਆਂ ਤੋਂ ਇਕੱਠੇ ਹੋ ਕੇ ਪਹਿਲੀ ਵਾਰ ਇਹੋ ਜਿਹਾ ਮੂਵਮੈਂਟ ਖੜਾ ਕੀਤਾ ਹੈ ਜਿਹੜਾ ਡੋਮੈਸਟਿਕ ਵਾਇਲੈਂਸ, ਆਈਸੋਲੇਸ਼ਨ, ਚਾਈਲਡ ਅਬਿਊਜ਼, ਰੇਪ, ਜੈਂਡਰ ਡਿਸਕ੍ਰਿਮੀਨੇਸ਼ਨ, ਆਨਰ ਕਿਲਿੰਗ, ਇਹਨਾਂ ਜਿਹੜੇ ਮੁੱਦੇ ਆ ਇਹਨਾਂ ਦੇ ਉੱਤੇ ਕੰਮ ਕਰੇਗਾ। ਤੇ ਅਸੀਂ ਸਾਰੇ ਜਣੇ ਉਹੀ ਆ ਜਿਹੜੇ ਅਲੱਗ-ਅਲੱਗ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰ ਰਹੇ ਹਾਂ। ਸੋ ਮੈਂ ਬੇਸਿਕਲੀ ਅੱਜ ਮੇਰਾ ਜਿਹੜਾ ਲਾਈਵ ਆਉਣ ਦਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਮੈਂ SOS ਬਾਰੇ ਦੱਸਾਂ। ਸੋ SOS ਜਿਹੜਾ ਮੂਵਮੈਂਟ ਹੈਗਾ ਆ, ਇਹਨੂੰ ਸਟਾਰਟ ਕਰਨ ਵਾਲੇ ਹੈਗੇ ਨੇ ਮੈਮ ਸਾਰੂ ਰਾਣਾ ਜੀ, ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਆਰਗੇਨਾਈਜੇਸ਼ਨ ਆ। ਬਹੁਤ ਲਾਈਕ ਡੈਕੇਡ ਹੀ ਹੋ ਗਿਆ ਉਹਨਾਂ ਨੂੰ ਚਲਾਉਂਦਿਆਂ ਨੂੰ। ਸ਼ਮਸ਼ੀਰ ਆਰਗੇਨਾਈਜੇਸ਼ਨ। ਸ਼ਮਸ਼ੀਰ ਤੁਹਾਨੂੰ ਪਤਾ ਹੀ ਹੈ ਕਿ ਪਰਸ਼ੀਅਨ ਦਾ ਵਰਡ ਹੈਗਾ ਆ ਵੀ ਤਲਵਾਰ, ਜ਼ੁਲਮ ਦੇ ਖਿਲਾਫ ਉੱਠੀ ਹੋਈ ਤਲਵਾਰ। ਸੋ ਸ਼ਮਸ਼ੀਰ ਆਰਗੇਨਾਈਜੇਸ਼ਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਵਿਕਟਮਸ ਹੁੰਦੇ ਸੀਗੇ, ਆਪਣੇ ਇਸ ਚੀਜ਼ ਦੇ ਵਿਕਟਮ ਲਗਾ ਲਓ, ਮਤਲਬ ਡੋਮੈਸਟਿਕ ਵਾਇਲੈਂਸ ਦੇ ਵਿਕਟਮ ਹੈਗੇ ਆ, ਠੀਕ ਹੈ ਜੀ, ਜਾਂ ਜਿਨ੍ਹਾਂ ਦੇ ਨਾਲ ਰੇਪ ਹੁੰਦਾ ਆ, ਜਾਂ ਚਾਈਲਡ ਅਬਿਊਜ਼ ਆ, ਜਾਂ ਇਹੋ ਜਿਹੇ ਜਿਹੜੇ ਹੈਗੇ ਆ, ਉਹਨਾਂ ਦੀ ਉਹ ਹੈਲਪ ਕਰਦੇ ਸੀਗੇ, ਠੀਕ ਹੈ ਜੀ। ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਚੀਜ਼ ਦੀ ਇਹੋ ਜਿਹੀ ਹੁਣ ਲੋਕਡਾਊਨ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਵੱਧ ਗਏ, ਪੂਰੇ ਵਰਲਡ ਦੇ ਵਿੱਚ ਹੀ ਵਧੇ ਨੇ ਜਦੋਂ ਲੋਕਡਾਊਨ ਦਾ ਜਿਹੜਾ ਹੈਗਾ ਆ ਸਟਾਰਟ ਹੋਇਆ। ਤੁਹਾਨੂੰ ਪਤਾ ਹੀ ਹੈ 2020 ਚੜ੍ਹਿਆ ਹੀ ਇਹੋ ਜਿਹਾ ਕਿ ਲੋਕਾਂ ਨੂੰ ਡਿਪਰੈਸ਼ਨ ਵੀ ਹੋਇਆ, ਤੇ ਜਦੋਂ ਲੋਕ ਘਰਾਂ ਦੇ ਵਿੱਚ ਬੈਠ ਗਏ, ਕੰਮ ਬੰਦ ਹੋ ਗਏ, ਉਹਦੇ ਕਰਕੇ ਲੋਕਾਂ 'ਚ ਫਰਸਟ੍ਰੇਸ਼ਨ ਜ਼ਿਆਦਾ ਵੱਧ ਗਈ, ਤੇ ਉਹਦੇ ਕਰਕੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸਿਸ ਨੇ ਉਹ ਬਹੁਤ ਜ਼ਿਆਦਾ ਵੱਧ ਗਏ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਮੈਮ, ਕਿਉਂਕਿ ਪਹਿਲਾਂ ਹੀ ਕੰਮ ਕਰ ਰਹੇ ਸੀਗੇ, ਸੋ ਉਹਨਾਂ ਨੇ ਅਲੱਗ-ਅਲੱਗ ਕੋਨਿਆਂ 'ਤੇ ਕਿਤੇ ਵੀ ਜਿਹੜੇ ਕੰਮ ਕਰ ਰਹੇ ਸੀਗੇ, ਜਿਵੇਂ ਕਿ UK ਦੇ ਵਿੱਚ ਹੈਗੇ ਨੇ ਸਰਬਜੀਤ ਜੀ ਨੇ, ਠੀਕ ਹੈ, ਉਹ UK ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ, ਤੇ ਉਹ UK ਦੇ ਅੰਬੈਸਡਰ ਨੇ ਯੂਨਾਈਟਿਡ ਕਿੰਗਡਮ ਦੇ। ਤੇ ਲਵੀਨ ਗਿੱਲ ਹੈਗੇ ਨੇ ਜੋ ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ, ਇਹੋ ਜਿਹੇ ਫਰੰਟ ਦੇ ਉੱਤੇ ਸੋਸ਼ਲ ਆਰਗੇਨਾਈਜੇਸ਼ਨ ਹੈਗੀ ਆ ਉਹਨਾਂ ਦੀ, ਉਹ ਕੰਮ ਕਰਦੇ ਆ। ਤੇ ਉਹਨਾਂ ਨੇ, ਲਵੀਨ ਗਿੱਲ ਜੀ ਇਹਦੇ ਕੈਨੇਡੀਅਨ ਅੰਬੈਸਡਰ ਹੈਗੇ ਨੇ। ਤੇ ਸਾਰੂ ਰਾਣਾ ਮੈਮ, ਜੋ ਕਿ ਮੈਂ ਦੱਸਿਆ ਸੀਗਾ ਕਿ ਡੋਮੈਸਟਿਕ ਵਾਇਲੈਂਸ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸ਼ਮਸ਼ੀਰ ਆਰਗੇਨਾਈਜੇਸ਼ਨ ਚਲਾਉਂਦੇ ਨੇ, ਤੇ ਉਹ ਤੇ ਇੱਕ ਜਾਰਜ ਫੰਬਾ ਜੀ ਹੈਗੇ ਨੇ ਜੋ ਆਸਟ੍ਰੇਲੀਆ ਦੇ ਆਸਟ੍ਰੇਲੀਅਨ ਜਿਹੜੀ ਪੁਲਿਸ ਆ ਉਹਦੇ ਵਿੱਚ ਆਫਿਸਰ ਨੇ, ਤੇ ਉਹ ਵੀ ਮਤਲਬ ਇਸ ਚੀਜ਼ ਦੇ ਨਾਲ ਜੁੜੇ ਹੋਏ ਨੇ। ਸਾਰੂ ਰਾਣਾ ਮੈਮ ਦੇ ਹਸਬੈਂਡ ਵੀ ਹੈਗੇ ਨੇ। ਸੋ ਉਹ ਇਹਦੇ ਆਸਟ੍ਰੇਲੀਅਨ ਜਿਹੜੀ ਹੈਗੀ ਆ ਉਹ ਟੀਮ ਹੈਗੀ ਆ। ਤੇ ਇੰਡੀਆ ਤੋਂ ਮੈਂ ਜਿਵੇਂ ਕਿ ਸਾਡੇ ਜਿਹੜੇ ਗਲੋਬਲ ਪੈਟਰਨ ਹੈਗੇ ਆ, ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੋਇਆ, ਬਲਤੇਜ ਪੰਨੂ ਜੀ ਜਰਨਲਿਸਟ ਨੇ ਜੋ ਸੋਸ਼ਲ ਮੁੱਦਿਆਂ ਨੂੰ ਚੱਕਦੇ ਵੀ ਰਹਿੰਦੇ ਆ। ਤੇ ਸਾਡੇ ਯੂਥ ਦੇ ਅੰਬੈਸਡਰ ਐਡਵੋਕੇਟ ਮਨਪ੍ਰੀਤ ਕੌਰ ਪੰਨੂ ਨੇ। ਤੇ
ਸੋ ਇਹ ਸਾਡੀ ਜਿਹੜੀ ਹੈਗੀ ਆ ਟੀਮ। ਇਸ ਤੋਂ ਬਿਨਾਂ ਰੰਗਮੰਚ ਦੇ ਮੈਮ ਅਨੀਤਾ ਸ਼ਬਦੀਸ਼ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਅਸੀਂ ਹੋਰਾਂ ਨੂੰ ਵੀ ਬਲਕਿ ਕਹਿ ਰਹੇ ਹਾਂ ਜੋ ਵੀ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਕੰਮ ਕਰਦੇ ਆ, ਆਜੋ ਆਪਾਂ ਸਾਰੇ ਇਕੱਠੇ ਹੋਈਏ, ਆਪਾਂ ਇਕੱਠੇ ਹੋ ਕੇ ਇਹੋ ਜੀ ਮਤਲਬ ਜਿਹੜੇ ਵਿਕਟਮ ਹੈਗੇ ਆ ਉਹਨਾਂ ਦੇ ਵਿੱਚ ਇਹੋ ਜੀ ਸਟਰੈਂਥ ਭਰ ਦਈਏ ਕਿ ਉਹ ਆਪਣੀ ਆਵਾਜ਼ ਖੁਦ ਬਣ ਸਕਣ। ਸੈਂਡਿੰਗ ਆਊਟ ਸਟਰੈਂਥ ਦਾ ਬੇਸਿਕ ਮਕਸਦ ਹੀ ਇਹ ਆ ਕਿ ਜਿਹੜੇ ਵਿਕਟਮ ਹੈਗੇ ਨੇ ਉਹਨਾਂ ਦੇ ਅੰਦਰ ਇੰਨਾ ਕੁ ਹੌਸਲਾ ਭਰ ਦਿੱਤਾ ਜਾਵੇ ਕਿ ਉਹਨਾਂ ਨੂੰ ਅਸਲ ਦੇ ਵਿੱਚ ਮਤਲਬ ਜਿਹੜਾ ਡਰ ਹੁੰਦਾ ਨਾ, ਜਦੋਂ ਕੋਈ ਇਨਸਾਨ ਡੋਮੈਸਟਿਕ ਵਾਇਲੈਂਸ ਹੋ ਗਿਆ ਜਾਂ ਚਾਈਲਡ ਅਬਿਊਜ਼ ਹੋ ਗਿਆ ਜਾਂ ਉਸ ਚੀਜ਼ ਦਾ ਕੋਈ ਵੀ ਸ਼ਿਕਾਰ ਹੁੰਦਾ ਆ, ਤਾਂ ਉਹਨਾਂ ਦੇ ਅੰਦਰ ਨਾ ਬੜਾ ਡਰ ਹੁੰਦਾ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸਲ ਦੇ ਵਿੱਚ ਉਹ ਇਸ ਚੀਜ਼ ਨਾਲ ਫਾਈਟ ਕਿਵੇਂ ਕਰਨ। ਉਹਨਾਂ ਨੂੰ ਫਾਈਟ ਕਰਨ ਦਾ ਮਤਲਬ ਸਮਝ ਨਹੀਂ ਆਉਂਦੀ ਹੈਗੀ। ਪੁਲਿਸਿੰਗ ਸਿਸਟਮ ਆਪਣੇ ਤਾਂ ਮਤਲਬ ਖਰਾਬ ਹੈਗਾ ਹੀ ਹੈਗਾ ਆ, ਠੀਕ ਆ, ਆਪਣੇ ਵਾਲੇ ਦੀ ਤਾਂ ਗੱਲ ਹੀ ਨਾ ਕਰੀਏ। ਸੋ ਬਾਹਰ ਵੀ ਇਹਦੇ ਹਾਲਾਤ ਆ ਨਾ ਜਿਹੜੇ ਕਾਫੀ ਮਾੜੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹੀ ਡਿਸਾਈਡ ਕੀਤਾ ਕਿ ਕਿਉਂ ਨਾ ਜਿਹੜੇ ਵਿਕਟਮ ਹੈਗੇ ਆ ਉਹਨਾਂ ਨੂੰ ਪਹਿਲਾਂ ਹੀ ਇੰਨੇ ਜ਼ਿਆਦਾ ਅਵੇਅਰ ਕਰ ਦਿੱਤਾ ਜਾਵੇ ਕਿ ਉਹਨਾਂ ਦੀ ਵਿਕਟਮਾਈਜੇਸ਼ਨ ਹੋਵੇ ਨਾ। ਸੋ ਇਹ ਇੱਕ ਮੇਨ ਉਦੇਸ਼ ਨੂੰ ਲੈ ਕੇ ਅਸੀਂ ਇਹ ਜਿਹੜਾ ਮੂਵਮੈਂਟ ਆ ਉਹ ਖੜਾ ਕੀਤਾ ਆ। ਸੋ ਵਰਲਡ ਲੈਵਲ ਦਾ ਮੂਵਮੈਂਟ ਆ, ਤਾਂ ਮੇਰੇ ਲਈ ਵੀ ਇੱਕ ਇਹ ਕਹਿ ਲਓ ਕਿ ਮਾਣ ਵਾਲੀ ਗੱਲ ਆ ਕਿ ਮੈਨੂੰ ਇਹ ਐਡੀ ਵੱਡੀ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਨ ਦਾ ਮੌਕਾ ਮਿਲਿਆ। ਸੋ ਕਿਤੇ ਵੀ ਕਿਸੇ ਨੂੰ ਵੀ ਚਾਈਲਡ ਅਬਿਊਜ਼ ਦੇ ਉੱਤੇ ਮੇਰੇ ਕੰਮ ਨੂੰ ਰਿਕੋਗਨਾਈਜ਼ ਕੀਤਾ ਗਿਆ। ਸੋ ਮੇਰੇ ਲਈ ਵੀ ਸੱਚੀ ਮੁੱਚੀ ਇਹ ਮਾਣ ਦੀ ਗੱਲ ਆ। ਤੇ ਹੋਰ ਵੀ ਕੋਈ ਮੂਵਮੈਂਟ ਜੁਆਇਨ ਕਰਨਾ ਚਾਹੁੰਦਾ ਬਾਕੀ ਰਿਐਲਿਟੀ ਦੇ ਵਿੱਚ, ਤਾਂ ਰੇਪ ਵਿਕਟਮਸ ਜਿਹੜੇ ਸਪੈਸੀਫਿਕਲੀ ਚਾਈਲਡ ਰੇਪ ਵਿਕਟਮ, ਉਹਨਾਂ ਨੂੰ ਲੈ ਕੇ ਮੈਂ ਵੈਸੇ ਹੀ ਬਹੁਤ ਜ਼ਿਆਦਾ ਸੈਂਸਿਟਿਵ ਹੈਗੀ ਹਾਂ ਤੇ ਉਹਨਾਂ ਨੂੰ ਲੀਗਲ ਏਡ ਤਾਂ ਪ੍ਰੋਵਾਈਡ ਕਰਦੀ ਹਾਂ, ਫਿਰ ਉਹ ਕਿਤੇ ਵੀ ਹੋਵੇ। ਸੋ ਇਹ ਸਾਰੇ ਜਾਣਿਆਂ ਨੂੰ ਪਤਾ ਹੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਤਲਬ ਉਹ ਸਟਾਰਟ ਕੀਤਾ ਗਿਆ ਆ ਤੇ ਸਾਰਿਆਂ ਦੇ ਸਾਥ ਦੀ ਵੀ ਲੋੜ ਆ, ਕਿਉਂਕਿ ਇੱਕ ਜਦੋਂ ਉਹ ਚੰਗਾ ਇਨੀਸ਼ੀਏਟਿਵ ਸਟਾਰਟ ਹੁੰਦਾ ਆ। ਮੇਰੇ ਇਸ ਟਾਈਮ ਲਾਈਵ ਆਉਣ ਦਾ ਵੀ ਪਰਪਸ ਇਹੀ ਸੀਗਾ ਕਿ ਇਸ ਟਾਈਮ ਆਲਮੋਸਟ ਸਾਰੇ ਜਣੇ ਜਾਗਦੇ ਹੁੰਦੇ ਆ, ਜਿਹੜੇ ਨਾਰਥ ਅਮਰੀਕਾ ਵਾਲੀ ਸਾਈਡ ਦੇ ਆ ਉਹ ਉੱਠ ਰਹੇ ਹੁੰਦੇ ਆ, ਸਾਡੇ ਵਾਲੇ ਹਜੇ ਡਿਨਰ ਦੇ ਤਿਆਰੀ ਦੇ ਵਿੱਚ ਹੁੰਦੇ ਨੇ, ਤੇ ਜਿਹੜੇ ਆਸਟ੍ਰੇਲੀਅਨ ਹੈਗੇ ਨੇ ਉਹ ਸੌਣ ਦੀ ਤਿਆਰੀ ਦੇ ਵਿੱਚ ਹੁੰਦੇ ਨੇ। ਸੋ ਇਹ ਇੱਕ ਰਲਦਾ ਮਿਲਦਾ ਜਿਹਾ ਟਾਈਮ ਹੁੰਦਾ ਸਾਰਿਆਂ ਨਾਲ, ਤੇ ਇਸ ਲਈ ਪਰਪਸ ਸੀਗਾ ਇਹਦੇ ਲਾਈਵ ਆਉਣ ਦਾ ਮੇਰਾ। ਸੋ ਮੇਰਾ ਮਕਸਦ ਸੀਗਾ ਕਿ ਮੈਂ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਦੱਸਾਂ ਵੀ ਕਈ ਮੈਂ ਨਾ ਇੱਕ ਇੱਦਾਂ ਕਰਕੇ ਫੋਟੋ ਆਪਣੀ ਪੋਸਟ ਕੀਤੀ ਸੀਗੀ। ਕਈ ਜਣੇ ਪੁੱਛ ਰਹੇ ਸੀਗੇ ਕਿ ਇਹ ਫੋਟੋ ਦਾ ਮਤਲਬ ਕੀ ਆ, ਵੀ ਤੁਸੀਂ ਇਹ ਕੋਈ ਯੋਗਾ ਕਰ ਰਹੇ ਹੋ ਐਂਡ ਵਾਟ, ਬਟ ਇਹ ਸਾਡਾ ਸਾਈਨ ਆ ਤੇ ਅਸੀਂ ਐਂ ਕਰਕੇ ਸਾਰੇ ਜਣਿਆਂ ਨੇ ਮਤਲਬ ਸੈਂਡਿੰਗ ਆਊਟ ਸਟਰੈਂਥ ਸਾਡਾ ਇਹ ਜਿਹੜਾ ਹੈਗਾ ਆ, ਇਹ ਕਹਿ ਲਓ ਕਿ ਸਾਡਾ ਚਿੰਨ੍ਹ ਆ ਇਸ ਚੀਜ਼ ਦਾ। ਸੋ ਇਸ ਲਈ ਅਸੀਂ ਇੱਦਾਂ ਹੀ ਸਾਰਿਆਂ ਨੇ ਫੋਟੋਜ਼ ਕਲਿੱਕ ਕਰਕੇ ਵਰਲਡ ਲੈਵਲ 'ਤੇ ਮੈਸੇਜ ਵੀ ਭੇਜਿਆ ਆ ਤੇ ਅਲੱਗ-ਅਲੱਗ ਆਪਣੀਆਂ ਵੀਡੀਓਜ਼ ਦੇ ਦੁਆਰਾ ਅਸੀਂ ਲਾਈਵ ਵੀ ਪਾਉਂਦੇ ਰਵਾਂਗੇ। ਈਵਨ ਮੈਂ ਤੇ ਮੈਮ ਅਸੀਂ ਇਕੱਠੇ ਵੀ ਲਾਈਵ ਆਵਾਂਗੇ ਜਲਦੀ ਹੀ, ਸਾਰੂ ਮੈਮ ਤੇ ਮੈਂ, ਤਾਂ ਕਿ ਅਸੀਂ ਚੰਗੀ ਤਰ੍ਹਾਂ ਦੱਸਦੇ ਰਹੀਏ ਲੋਕਾਂ ਨੂੰ। ਸੋ ਸਾਡਾ ਬੇਸਿਕ ਪਰਪਸ ਇਹੀ ਹੁੰਦਾ, ਮੇਰੇ ਲਾਈਵ ਆਉਣ ਦਾ ਬੇਸਿਕ ਪਰਪਸ ਇਹੀ ਹੁੰਦਾ ਕਿ ਜਿੰਨਾ ਵੀ ਹੋ ਸਕਦੇ ਆ ਕਿਸੇ ਵੀ ਲੀਗਲ ਫੈਕਟ ਤੋਂ ਹੋ ਗਿਆ ਜਾਂ ਸਮਾਜਿਕ ਪੱਖ ਤੋਂ ਹੋ ਗਿਆ, ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ SOS ਕੀ ਆ, ਤੇ ਜੋ ਵਿਕਟਮਸ ਵੀ ਹੈਗੇ ਨੇ ਉਹ SOS ਤੇ ਸ਼ਮਸ਼ੀਰ ਆਰਗੇਨਾਈਜੇਸ਼ਨ ਦੀ ਜਿਹੜੀ ਵੈਬਸਾਈਟ ਹੈਗੀ ਆ, ਤੇ ਜੋ ਸ਼ਮਸ਼ੀਰ ਆਰਗੇਨਾਈਜੇਸ਼ਨ ਦਾ ਜਿਹੜਾ ਫੇਸਬੁੱਕ ਪੇਜ ਵੀ ਹੈਗਾ ਉਹਦੇ ਉੱਤੇ ਉਹਨੂੰ ਕੰਟੈਕਟ ਕਰ ਸਕਣ। ਬਾਕੀ ਜਿਹੜੀ ਮੇਰੇ ਵੱਲੋਂ ਹੈਗੀ ਆ, ਮੈਂ ਪਹਿਲਾਂ ਹੀ ਕਹਿੰਦੀ ਹਾਂ ਕਿ ਜਿਹੜੇ ਵਿਕਟਮਸ ਹੈਗੇ ਨੇ, ਜਿਹੜੇ ਨੀਡੀ ਵਿਕਟਮਸ ਹੈਗੇ ਨੇ, ਉਹਨਾਂ ਲਈ ਲੀਗਲ ਏਡ ਹੈਗੀ ਆ, ਉਹਨਾਂ ਲਈ ਫ੍ਰੀ ਲੀਗਲ ਏਡ ਹੈਗੀ ਆ। ਬਟ ਜਿਹੜੇ ਵਿਕਟਮ ਨਹੀਂ ਹੈਗੇ, ਚਾਹੇ ਉਹ ਫਿਰ ਕਿਸੇ ਵੀ ਚੀਜ਼ ਦਾ ਕੇਸ ਹੋਵੇ ਹੈ ਨਾ, ਉਹਨਾਂ ਦੇ ਲਈ ਮੈਂ ਵੀ ਉਹਨਾਂ ਨੂੰ ਫ੍ਰੀ ਲੀਗਲ ਏਡ ਪ੍ਰੋਵਾਈਡ ਨਹੀਂ ਕਰਦੀ। ਸੋ ਕਈ ਲੋਕ ਇਸ ਚੀਜ਼ ਨੂੰ ਲੈ ਕੇ ਮਤਲਬ ਉਹ ਕਨਫਿਊਜ਼ ਹੋ ਜਾਂਦੇ ਆ। ਸੋ ਮੇਰੀ ਫ੍ਰੀ ਲੀਗਲ ਏਡ ਸਿਰਫ ਰੇਪ ਕੇਸਿਸ, ਚਾਈਲਡ ਅਬਿਊਜ਼ ਕੇਸਿਸ, ਜਿਹੜੇ ਰੀਅਲ ਰੇਪ ਕੇਸਿਸ ਹੁੰਦੇ ਆ ਉਹਨਾਂ ਦੇ ਵਿੱਚ, ਤੇ ਚਾਈਲਡ ਅਬਿਊਜ਼ ਕੇਸਿਸ ਤੇ ਜਿਹੜੇ ਰੀਅਲ ਵਿਕਟਮ ਹੁੰਦੇ ਨੇ ਉਹਨਾਂ ਦੇ ਲਈ ਹੈਗੀ ਆ। ਬਾਕੀ ਲੋਕ ਮੈਂ ਪਹਿਲਾਂ ਵੀ ਬੋਲਦੀ ਹੁੰਦੀ ਆ, ਬਾਕੀ ਬਿਨਾਂ ਗੱਲ ਤੋਂ ਮਤਲਬ ਜਸਟ ਫॉर ਸੇਕ ਆਫ ਐਡਵਾਈਸ ਨਾ ਤਾਂ ਮੇਰਾ ਟਾਈਮ ਵੇਸਟ ਕਰਨ, ਤੇ ਉਹ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹ ਮੇਰੇ ਪੇਜ ਦੇ ਉੱਤੇ ਕੰਟੈਕਟ ਕਰ ਸਕਦੇ ਨੇ। ਸੋ ਵਿਕਟਮਸ ਨੂੰ ਆਲਵੇਜ਼ ਵੈਲਕਮ ਹੈਗਾ ਆ। ਰੱਬ ਨਾ ਕਰੇ ਕਿ ਕੋਈ ਵਿਕਟਮ ਬਣੇ,
ਠੀਕ ਆ। ਰੱਬ ਨਾ ਕਰੇ ਕਿ ਕਿਸੇ ਨੂੰ ਵੀ ਜ਼ਰੂਰਤ ਪਵੇ, ਸਿੱਧੀ ਜੀ ਗੱਲ ਆ। ਸੋ ਰੱਬ ਮਿਹਰ ਕਰੇ ਸਾਰਿਆਂ ਦੇ ਉੱਤੇ ਕਿ ਕਦੇ ਵੀ ਕਿਸੇ ਨੂੰ ਵੀ ਵਿਕਟਮ ਬਣ ਕੇ ਸਾਡੇ ਵਰਗਿਆਂ ਦੀ ਜ਼ਰੂਰਤ ਨਾ ਪਵੇ। ਪਰ ਜੇ ਕੋਈ ਵਿਕਟਮ ਹੈਗਾ ਉਹਨੂੰ ਲੋੜ ਪੈਂਦੀ ਆ ਤਾਂ ਵੀ ਆਰ ਆਲਵੇਜ਼ ਵਿਦ them। ਸੋ ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਮੂਵਮੈਂਟ ਜੁੜ ਗਿਆ ਆ। ਸੋ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਲੋਕ ਸੁਣਦੇ ਆ ਕਿਸੇ ਨੂੰ ਵੀ ਕਿਤੇ ਜੋ ਵਿਕਟਮ ਹੈਗੇ ਆ ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਆ। ਸੋ ਸਾਡਾ ਸ਼ਮਸ਼ੀਰ ਆਰਗੇਨਾਈਜੇਸ਼ਨ ਦਾ ਪੇਜ ਹੈਗਾ, SOS ਦਾ ਪੇਜ ਹੈਗਾ, ਉਹਦੇ ਤੇ ਕੰਟੈਕਟ ਕਰ ਸਕਦੇ ਹੋ, ਜਾਂ ਮੈਂ ਸ਼ੇਅਰ ਵੀ ਕੀਤੀਆਂ ਹੋਈਆਂ ਨੇ ਪੋਸਟ, ਸੋ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਸਾਡਾ ਇੰਟਰਨੈਸ਼ਨਲ ਮੂਵਮੈਂਟ ਹੈਗਾ। ਮੈਂ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇੱਕ ਇੰਟਰਨੈਸ਼ਨਲ ਮੂਵਮੈਂਟ ਜਿਹੜਾ ਵਰਲਡ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਵਰਲਡ ਦੇ ਚਾਰਾਂ ਕੋਨਿਆਂ ਤੋਂ ਲੋਕਾਂ ਨੇ ਇਕੱਠੇ ਹੋ ਕੇ ਇਹਦੇ ਵਿੱਚ ਮਤਲਬ ਪਾਰਟਿਸਿਪੇਟ ਕੀਤਾ ਤੇ ਮੈਨੂੰ ਉਹਦੀ ਇੰਡੀਅਨ ਅੰਬੈਸਡਰ ਬਣਨ ਦਾ ਮੌਕਾ ਮਿਲਿਆ, ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਇੰਡੀਆ ਦਾ ਮਤਲਬ ਹੈਗਾ ਕਿ ਜਿੰਨੇ ਵੀ ਏਸ਼ੀਅਨ ਕੰਟਰੀਜ਼ ਹੈਗੀਆਂ ਨੇ, ਜਿੰਨੀਆਂ ਵੀ ਹੈਗੀਆਂ ਨੇ ਨਾ, ਤੇ ਇਹਨਾਂ ਦੇ ਚਾਹੇ ਉਹ ਸਾਊਦੀ ਅਰਬੀਆ ਹੋਵੇ, ਚਾਹੇ ਇੱਥੇ ਜਿੰਨੀਆਂ ਏਸ਼ੀਅਨ ਕੰਟਰੀਜ਼ ਹੈਗੀਆਂ ਨੇ ਉਹਨਾਂ ਸਾਰਿਆਂ ਦੀ ਅੰਬੈਸਡਰ ਹੈਗੀਆਂ। ਸੋ ਉਹ ਏਸ਼ੀਆ ਦੇ ਵਿੱਚ ਕਿਸੇ ਨੂੰ ਵੀ ਇਹੋ ਜਿਹੀ ਚੀਜ਼ ਦੀ ਹੈਲਪ ਹੈਗੀ ਆ, ਸੋ ਉਹ ਵੀ ਕਰਾਂਗੇ। ਲੋਕਾਂ ਨੂੰ ਜਿਵੇਂ ਵੀ ਅੱਗੇ ਵੀ ਅਵੇਅਰ ਕਰਦੇ ਆਏ ਆ ਉਹ ਵੀ ਅਵੇਅਰ ਕਰਾਂਗੇ। ਵਰਲਡ ਲੈਵਲ ਦੇ ਜਿਹੜੇ ਇਸ ਚੀਜ਼ ਨੂੰ ਲੈ ਕੇ ਵਰਲਡ ਦੇ ਜਿਹੜੇ ਇੰਟਰਨੈਸ਼ਨਲ ਲਾਅ ਹੈਗੇ ਆ ਉਹਨਾਂ ਬਾਰੇ ਵੀ ਲੋਕਾਂ ਨੂੰ ਅਵੇਅਰ ਕਰਦੇ ਰਵਾਂਗੇ। ਬਸ ਇਹੀ ਆ ਕਿ ਆਪਣੇ ਅੰਦਰ ਇੰਨੀ ਕੁ ਤਾਕਤ ਭਰ ਲਓ, ਆਪਣੇ ਅੰਦਰ ਇੰਨੀ ਕੁ ਤਾਕਤ ਭਰ ਲਓ ਕਿ ਤੁਹਾਨੂੰ ਕਦੇ ਵੀ ਕਿਸੇ ਦੀ ਜ਼ਰੂਰਤ ਨਾ ਪਵੇ। ਦੂਜੀ ਗੱਲ ਆ ਜੀ, ਮੈਂ ਸਾਰੂ ਰਾਣਾ ਮੈਮ ਜਿਨ੍ਹਾਂ ਦੇ ਇਨੀਸ਼ੀਏਟਿਵ ਹੈਗੇ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹਾਂਗੀ। ਬਹੁਤ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕੋ ਇੱਕ ਕੁੜੀ ਆ ਜੀ ਜਿਹਨੇ ਉੱਥੇ ਦੇ VC ਦੇ ਨਾਲ ਪੰਗਾ ਲੈ ਕੇ VC ਦੀਆਂ ਗਲਤੀਆਂ ਦੇ ਖਿਲਾਫ ਆਵਾਜ਼ ਚੱਕੀ ਸੀ। ਸਾਰੂ ਰਾਣਾ ਉਹ ਨੇ ਆਸਟ੍ਰੇਲੀਆ ਚਲੇ ਗਏ ਸੀਗੇ ਕਿਉਂਕਿ ਉਹਨਾਂ ਨੇ ਪਹਿਲੀ ਵਾਰ ਆਵਾਜ਼ ਚੱਕ ਕੇ ਉਹ ਕੇਸ ਲੜਿਆ ਸੀਗਾ। ਮਤਲਬ ਸ਼ੀ ਇਜ਼ ਦੀ ਫਾਈਟਰ। ਜਿਵੇਂ ਲੋਕ ਮੈਨੂੰ ਦੇਖਦੇ ਆ ਕਿ ਹਾਂ ਮੈਂ ਫਾਈਟਰ ਆ ਨਾ, ਸੋ ਮੈਂ ਉਹਨਾਂ ਨੂੰ ਦੇਖਦੀ ਹਾਂ, ਮੇਰੇ ਤੋਂ ਵੀ ਵੱਡੇ ਫਾਈਟਰ ਰਹੇ ਆ। ਮੈਨੂੰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ ਆ ਕਿ ਉਹਨਾਂ ਨੇ ਆਪ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਨੇ। ਮੈਂ ਮੈਮ ਨੂੰ ਕਹਿੰਦੀ, ਮੈਂ ਮੈਮ ਬਸ ਤੁਸੀਂ ਬੜੇ ਪੰਗੇਬਾਜ਼ ਹੋ। ਮੈਂ ਕਿਹਾ ਬੜੇ ਪੰਗੇ ਲਏ ਆ। ਮੈਂ ਕਿਹਾ ਹੁਣ ਤੁਹਾਡੇ ਨਕਸ਼ੇ ਕਦਮਾਂ ਤੇ ਮੈਂ ਚੱਲਦੀ ਹਾਂ। ਮੈਂ ਕਿਹਾ ਮੈਮ ਮੈਂ ਜੇਲ੍ਹ ਜਾਣਾ ਪੈ ਗਿਆ ਮੈਨੂੰ ਤੇ ਮੈਂ ਜੇਲ੍ਹ ਗਈ। ਕਹਿੰਦੇ ਫਿਰ ਤੂੰ ਜ਼ਿਆਦਾ ਵੱਡੀ ਪੰਗੇਬਾਜ਼ ਆ, ਤੈਨੂੰ ਜੇਲ੍ਹ ਜਾਣ ਦਾ ਮੌਕਾ ਮਿਲ ਗਿਆ ਕਿਉਂਕਿ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਜੇਲ੍ਹਾਂ ਜੂਲਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਹਿਣੀਆਂ ਪੈਂਦੀਆਂ ਨੇ। ਇੰਡੀਆ ਦਾ ਤਾਂ ਸਿਸਟਮ ਇਹੋ ਜਿਹਾ। ਸੋ ਬਹੁਤ ਕੁਛ ਮੈਨੂੰ ਵੀ ਮੈਮ ਤੋਂ ਸਿੱਖਣ ਨੂੰ ਮਿਲੂਗਾ, ਸਾਰਿਆਂ ਤੋਂ ਹੀ ਸਿੱਖਣ ਨੂੰ ਮਿਲੂਗਾ। ਜਾਰਜ ਫੰਬਾ ਜੀ ਤਾਂ ਹੈਗੇ ਆ, ਦੇਖੋ ਉੱਥੇ ਪੁਲਿਸ ਆਫਿਸਰ ਨੇ, ਉਹ ਵੀ ਇਸ ਚੀਜ਼ ਦੇ ਵਿੱਚ ਜੁੜੇ ਹੋਏ ਨੇ। ਸੋ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਇੰਡੀਆ ਦੇ ਜਿਹੜੇ ਪੁਲਿਸ ਆਫਿਸਰਸ ਹੈਗੇ ਨੇ ਉਹ ਵੀ ਇਸ ਪਾਸੇ ਸਾਨੂੰ ਹੈਲਪ ਕਰਨਗੇ, ਉਹ ਵੀ ਇਹਦਾ ਮੂਵਮੈਂਟ ਦਾ ਹਿੱਸਾ ਬਣਨਗੇ। ਆਈਲ ਟਰਾਈ ਕਿ ਮੈਂ ਵੱਧ ਤੋਂ ਵੱਧ ਜਿਹੜੇ ਹੈਗੇ ਆ ਆਫਿਸਰਸ ਹੋ ਗਏ ਜਾਂ ਜੋ ਵੀ ਹੈਗੇ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਲੈ ਕੇ ਚੱਲੀਏ। ਸੋ ਹੋਰ ਕੰਟਰੀਜ਼ ਤੋਂ ਵੀ ਜੇ ਲੋਕ ਹੈਗੇ ਨੇ ਕੁਝ ਕੰਮ ਕਰ ਰਹੇ ਨੇ ਜੋ ਸਾਨੂੰ ਨਹੀਂ ਪਤਾ ਹੈਗਾ ਤੇ ਵਾਕਈ ਉਹ ਕੰਮ ਕਰ ਰਹੇ ਨੇ, ਸੋ ਉਹ ਵੀ ਸਾਨੂੰ ਜੁਆਇਨ ਕਰ ਸਕਦੇ ਨੇ। ਉਹ ਦੱਸ ਸਕਦੇ ਨੇ, ਮੇਰੇ ਫੇਸਬੁੱਕ ਪੇਜ ਦੇ ਉੱਤੇ ਵੀ ਮੈਸੇਜ ਕਰ ਸਕਦੇ ਨੇ ਜਿਹੜੇ ਹੈਗੇ ਨੇ, ਠੀਕ ਹੈ ਜੀ। ਉਹ ਮੇਰੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਕਰਕੇ ਉੱਥੇ ਮੇਰਾ WhatsApp ਨੰਬਰ ਜਿਹੜਾ ਦਿੱਤਾ ਹੁੰਦਾ ਉਹਦੇ ਉੱਤੇ WhatsApp ਕਰ ਸਕਦੇ ਨੇ। ਸੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਜਿਵੇਂ ਮੈਨੂੰ ਪਿਆਰ ਕਰਦੇ ਹੋ ਉਵੇਂ ਸਾਡੇ SOS ਮੂਵਮੈਂਟ ਨੂੰ ਪਿਆਰ ਕਰੋਗੇ ਤੇ ਇੰਟਰਨੈਸ਼ਨਲ ਲੈਵਲ ਦਾ ਮੂਵਮੈਂਟ ਆ। ਸੋ ਆਪਾਂ ਵਿਕਟਮਸ ਦੇ ਅੰਦਰ ਇੰਨੀ ਕੁ ਤਾਕਤ ਭਰ ਦਾਂਗੇ ਕਿ ਅੱਜ ਤੋਂ ਬਾਅਦ ਕਿਸੇ ਵੀ ਵਿਕਟਮ ਦੀ ਵਿਕਟਮਾਈਜੇਸ਼ਨ ਨਹੀਂ ਹੋਊਗੀ, ਕੋਈ ਵੀ ਵਿਕਟਮ ਰਹੇਗਾ ਹੀ ਨਹੀਂ, ਠੀਕ ਹੈ। ਚਾਈਲਡ ਅਬਿਊਜ਼ ਦੇ ਲਈ ਜਿਵੇਂ ਬੱਚਿਆਂ ਨੂੰ ਅਵੇਅਰ ਕਰਦੇ ਆ, ਮੈਂ ਹਮੇਸ਼ਾ ਹੀ ਕਿਹਾ ਕਿ ਚਾਈਲਡ ਅਬਿਊਜ਼ ਦੇ ਵਿੱਚ ਮਾਪੇ ਜਿਹੜੇ ਹੈਗੇ ਨੇ, ਮਾਪਿਆਂ ਦਾ ਮੈਂ ਪਹਿਲਾਂ ਹੀ ਕਿਹਾ ਕਿ ਮਾਪਿਆਂ ਦਾ ਯੋਗਦਾਨ ਹੁੰਦਾ ਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਸੰਭਾਲਣਾ ਆ। ਬੱਚੇ ਉਹੀ ਸਿੱਖਦੇ ਨੇ ਜੋ ਮਾਪੇ ਕਰਦੇ ਨੇ। ਜੇ ਮਾਪੇ ਬੱਚਿਆਂ ਸਾਹਮਣੇ ਕਿਤਾਬਾਂ ਪੜ੍ਹਨਗੇ ਤਾਂ ਬੱਚੇ ਕਿਤਾਬਾਂ ਪੜ੍ਹਨਗੇ। ਜੇ ਮਾਪੇ ਬੱਚਿਆਂ ਦੇ ਸਾਹਮਣੇ TV ਦੇ ਉੱਤੇ ਮਤਲਬ ਵਲਗਰ ਚੀਜ਼ਾਂ ਦੇਖਣਗੇ ਤਾਂ ਓਬਵੀਅਸ ਜੀ ਗੱਲ ਆ ਬੱਚੇ ਵੀ। ਜੇ ਮਾਪੇ ਆਪਸ ਦੇ ਵਿੱਚ ਬੱਚਿਆਂ ਸਾਹਮਣੇ ਲੜਨਗੇ ਤਾਂ ਬੱਚੇ ਵੀ ਲੜਨਗੇ। ਸੋ ਬੱਚੇ ਮਾਪਿਆਂ ਨੂੰ ਦੇਖ ਕੇ ਸਿੱਖਦੇ ਆ। ਜਿਵੇਂ ਕਿ ਮੈਂ ਮਤਲਬ ਕਹਿ ਦਿੰਦੀ ਹਾਂ, ਮੈਂ ਆਪਣੇ ਫੈਮਿਲੀ ਨੂੰ, ਆਪਣੇ ਪੇਰੈਂਟਸ ਨੂੰ ਸੁਸਾਇਟੀ ਦੇ ਵਾਸਤੇ ਕੰਮ ਕਰਦੇ ਦੇਖਿਆ ਤੇ ਮੈਂ ਉਹਨਾਂ ਤੋਂ ਉਹ ਚੀਜ਼ ਸਿੱਖੀ। ਸੋ ਜੋ ਮਾਪੇ ਹੁੰਦੇ ਆ, ਅਸੀਂ ਮਾਪਿਆਂ ਦਾ ਹੀ DNA ਹੁੰਦੇ ਆ ਤੇ ਉਹਨਾਂ ਤੋਂ ਉਹੀ ਚੀਜ਼ਾਂ ਸਿੱਖਦੇ ਆ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਪਾਉਣਾ ਚਾਹੁੰਦੇ ਹੋ, ਤੁਸੀਂ ਬੱਚਿਆਂ ਨੂੰ ਚਾਈਲਡ ਅਬਿਊਜ਼ ਤੋਂ ਜਾਂ ਬੱਚਿਆਂ ਨੂੰ ਵਿਗੜਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਬੱਚਿਆਂ ਸਾਹਮਣੇ ਉਹ ਚੀਜ਼ਾਂ ਕਰਿਆ ਕਰੋ ਜੋ ਤੁਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ।
ਸੋ ਬਚਪਨ ਬਚਾਓ ਦਾ ਤਾਂ ਇਹੀ ਹੈਗਾ ਆ, ਠੀਕ ਹੈ ਨਾ, ਨਾਰਾ ਕਿ ਜਨ ਜਨ ਦੀ ਇਹੀ ਆਵਾਜ਼, ਬਾਲ ਸ਼ੋਸ਼ਣ ਮੁਕਤ ਪੰਜਾਬ। ਸੋ ਉਸ ਨਾਰੇ ਨੂੰ ਦੇਖਦੇ ਹੋਏ ਅੱਜ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਹਾਂ ਕਿ ਇਸ ਮੂਵਮੈਂਟ ਨੂੰ ਜੁਆਇਨ ਕਰੋ, ਤੇ ਜਿਹੜਾ ਸਾਡਾ SOS ਦਾ ਤੇ ਸ਼ਮਸ਼ੀਰ ਆਰਗੇਨਾਈਜੇਸ਼ਨ ਦਾ ਪੇਜ ਹੈਗਾ ਉਹਨੂੰ ਦੇਖੋ, ਤੇ ਉਹਨੂੰ ਵੀ ਤੁਸੀਂ ਗੋ ਥਰੂ ਦੈਟ। ਸੋ ਜੇ ਕੋਈ ਇਹੋ ਜਿਹੀਆਂ ਵਾਕਈ ਸੈਲਫਲੈਸ ਸਰਵਿਸ ਕਰ ਰਹੀਆਂ, ਕਿਉਂਕਿ ਸਾਡੀ ਕੋਈ ਫੰਡਿੰਗ ਵਾਲਾ ਕੰਮ ਨਹੀਂ ਹੈਗਾ, ਅਸੀਂ ਸਾਰਿਆਂ ਨੇ ਸਿਰਫ ਲੋਕਾਂ ਨੂੰ ਅਵੇਅਰ ਕਰਨਾ। ਸੋ ਜੇ ਕੋਈ ਇਹੋ ਜਿਹੀ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਸੋਲਲੀ ਲੋਕਾਂ ਨੂੰ ਅਵੇਅਰ ਕਰਨ ਲਈ ਕੰਮ ਕਰ ਰਹੀ ਆ, ਠੀਕ ਹੈ ਜੀ, ਉਹ ਵੀ ਸਾਨੂੰ ਕੰਟੈਕਟ ਕਰ ਸਕਦੀ ਆ। ਤੇ ਬਾਕੀ ਕਿਸੇ ਨੂੰ ਵੀ ਜਿਵੇਂ ਇੱਥੇ ਮੈਸੇਜ ਵੀ ਕਰ ਰਹੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਜੀ, ਤੁਸੀਂ ਇਨਬਾਕਸ ਕਰ ਸਕਦੇ ਹੋ। ਜਿਹੜੇ ਵਿਕਟਮ ਹੋਣਗੇ ਉਹਨਾਂ ਦੀ ਹੈਲਪ ਹੋਏਗੀ। ਬਾਕੀ ਕਿਸੇ ਨੂੰ ਹੈਲਪ ਦੀ ਮਤਲਬ ਸਿੱਧੀ ਜੀ ਗੱਲ ਆ, ਬਾਕੀ ਸਾਰਿਆਂ ਦੇ ਲਈ ਫੀਸ ਆ, ਸਾਰਿਆਂ ਨੂੰ ਓਬਵੀਅਸ ਜੀ ਗੱਲ ਆ। ਮੈਂ ਵਕੀਲ ਆ, ਮੈਂ ਆਪਣੀ NGO ਸਾਰਾ ਕੁਝ ਆਪਣੇ ਪੱਲਿਓਂ ਹੀ ਚਲਾਉਣੀ ਆ। ਸੋ ਹਰੇਕ ਲਈ ਫ੍ਰੀ ਲੀਗਲ ਏਡ ਨਹੀਂ ਹੈਗੀ ਜਿਵੇਂ ਲੋਕ ਟਾਈਮ ਵੇਸਟ ਕਰ ਦਿੰਦੇ ਆ। ਸੋ ਪਲੀਜ਼ ਡੂ ਅੰਡਰਸਟੈਂਡ ਆਲ ਥੀਸ ਥਿੰਗਸ ਆਲਸੋ। ਤੇ ਜੇ ਕੁਛ ਗਲਤ ਬੋਲਿਆ ਗਿਆ ਹੋਵੇ ਮਾਫ ਕਰਿਓ। ਤੇ ਜਲਦੀ ਹੀ ਮੈਂ ਮੈਮ ਦੇ ਨਾਲ ਲਾਈਵ ਆਵਾਂਗੀ, ਤੇ ਜਲਦੀ ਹੀ ਮੈਂ ਸੋਚਿਆ ਹੋਇਆ ਕਿ ਥੋੜੇ ਦਿਨਾਂ ਤੱਕ ਮੈਂ ਜਿਹੜਾ ਸੋਸ਼ਲ ਇਸ਼ੂ ਹੈਗਾ ਅੱਜ ਕੱਲ੍ਹ ਬੜਾ ਚੱਲ ਰਿਹਾ ਆ 2020 ਰੈਫਰੈਂਡਮ ਨਾਲ ਵੀ, ਸੋ ਉਸ ਚੀਜ਼ ਦੇ ਉੱਤੇ ਵੀ ਡਿਸਕਸ਼ਨ ਕਰਾਂਗੇ, ਕਰਨੀ ਜ਼ਰੂਰੀ ਆ। ਸੋ ਉਮੀਦ ਆ ਤੁਸੀਂ SOS ਨੂੰ ਵੀ ਉਨਾ ਹੀ ਪਿਆਰ ਕਰੋਗੇ ਜਿੰਨਾ ਤੁਸੀਂ ਸਿਮਰਨਜੀਤ ਕੌਰ ਗਿੱਲ ਨੂੰ ਪਿਆਰ ਦਿੱਤਾ। ਸਤਿ ਸ਼੍ਰੀ ਅਕਾਲ ਜੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।